Good morning, students. Today we are going to learn chapter number 8, the first Anglo-Sikh War. ਦੇਖੋ ਰਾਜੇ ਪ੍ਰੀਵੀਅਸ ਜਿਹੜਾ ਲੈਕਚਰ ਸੀ ਆਪਣਾ ਉਸ ਵਿੱਚ ਇਸ ਆਪਾਂ ਚੈਪਟਰ ਨੂੰ ਸਟਾਰਟ ਕੀਤਾ ਸੀ ਅਤੇ ਅੱਜ ਦੇ ਆਪਾਂ ਜਿਹੜੇ ਲੈਕਚਰ ਵਿੱਚ ਇਸੇ ਚੈਪਟਰ ਨੂੰ ਅੱਗੇ ਕੰਟੀਨਿਊ ਕਰਾਂਗੇ। ਪ੍ਰੀਵੀਅਸ ਲੈਕਚਰ 'ਚ ਆਪਾਂ ਇਹਦੇ ਜਿਹੜੀ ਫਸਟ ਐਂਗਲੋ-ਸਿੱਖ ਵਾਰ ਸੀ 1845-6 ਉਸ ਦੇ ਆਪਾਂ ਜਿਹੜੇ ਰੀਜ਼ਨ ਸੀ ਉਹਦੇ ਪਿੱਛੇ ਕੀ ਕਾਰਨ ਸੀ ਉਸ ਜਿਹੜੀ ਵਾਰ ਹੋਣ ਦੇ ਉਸ ਬੈਟਲ ਦੇ, ਠੀਕ ਹੈ, ਉਹ ਪੜ੍ਹੀ ਸੀ। ਅਤੇ ਅੱਜ ਆਪਾਂ ਪੜ੍ਹਾਂਗੇ ਵੀ ਕਿਹੜੀਆਂ ਜਿਹੜੀਆਂ ਬੈਟਲਸ ਹੋਈਆਂ ਸੀ, ਕਿੱਥੇ ਕਿੱਥੇ ਹੋਏ ਸੀ। In December 1845 AD, approximately 60,000 Sikh soldiers crossed the Satluj River under the leadership of Lal Singh and Tej Singh. On December 13, Lord Hardinge declared war against the Sikhs. 13 ਦਸੰਬਰ ਨੂੰ ਜਿਹੜਾ ਲਾਰਡ ਹਾਰਡਿੰਗ ਸੀ, ਗਵਰਨਰ ਜਨਰਲ ਸੀ ਜਿਹੜਾ ਉਸ ਟਾਈਮ ਦਾ ਅੰਗਰੇਜ਼ਾਂ ਦਾ, ਠੀਕ ਹੈ, ਬ੍ਰਿਟਿਸ਼ ਦਾ, ਉਹਨੇ ਕੀ ਵਾਰ ਜਿਹੜੀ ਡਿਕਲੇਅਰ ਕਰ ਦਿੱਤੀ ਕਿਹਨਾਂ ਦੇ ਅਗੇਂਸਟ, ਸਿੱਖਾਂ ਦੇ ਅਗੇਂਸਟ। ਬੈਟਲ ਆਫ ਮੁਦਕੀ, ਇਸ 'ਚ ਫਸਟ ਬੈਟਲ ਸੀ ਮੁਦਕੀ ਦੀ, ਠੀਕ ਹੈ, ਦਸੰਬਰ 1845 'ਚ 18 ਦਸੰਬਰ 1845 ਦੀ ਜਿਹੜੀ ਫਸਟ ਬੈਟਲ ਸੀ ਸਿੱਖਾਂ ਅਤੇ ਬ੍ਰਿਟਿਸ਼ ਦੇ ਵਿਚਕਾਰ, ਉਹ ਸੀ ਮੁਦਕੀ ਦੀ। ਦੀ ਬ੍ਰਿਟਿਸ਼ ਆਰਮੀ ਰੀਚਡ ਮੁਦਕੀ 15 ਕਿਲੋਮੀਟਰ ਅਵੇ ਫਰੋਮ ਦੀ ਫਿਰੋਜ਼ਪੁਰ ਅੰਡਰ ਦੀ ਲੀਡਰਸ਼ਿਪ ਆਫ ਹਿਊਜ਼ ਗਫ। ਦੇਖੋ ਜਿਹੜੀ ਲਾਲ ਸਿੰਘ ਵਿਰਾਊਟ ਏ ਸਮਾਲ ਆਰਮੀ ਆਫ ਸਿੱਖ ਐਟ ਮੁਦਕੀ, ਦੇਖੋ ਜਿਹੜੇ ਹਿਊਜ਼ ਗਫ ਦੇ ਅੰਡਰ ਜਿਹੜੀ ਲੀਡਰਸ਼ਿਪ ਦੇ ਅੰਡਰ ਫਿਰੋਜ਼ਪੁਰ ਤੋਂ 15 ਕਿਲੋਮੀਟਰ ਦੂਰ ਜਿਹੜੀ ਬ੍ਰਿਟਿਸ਼ ਆਰਮੀ ਆਈ ਸੀਗੀ, ਅਤੇ ਦੂਸਰੀ ਤਰਫ ਲਾਲ ਸਿੰਘ ਦੇ ਅੰਡਰ ਸੀ ਸਿੱਖ ਆਰਮੀ। ਔਨ ਦਸੰਬਰ 1845 AD ਵਾਰ ਦੀ ਵਾਰ ਸਟਾਰਟਡ, ਜਿਹੜੀ ਵਾਰ ਸਟਾਰਟ ਹੋਈ। ਐਜ਼ ਓਨਲੀ ਦੀ ਵਾਰ ਸਟਾਰਟਡ ਲਾਲ ਸਿੰਘ ਫਲੈਡ ਫਰੋਮ ਦੀ ਬੈਟਲਫੀਲਡ ਐਜ਼ ਪਰ ਐਜ਼ ਹਿਜ਼ ਪਲਾਨ। The Sikh soldiers fought bravely, but they were defeated due to their small number and treachery of their leader. ਦੇਖੋ ਉਹਨਾਂ ਦੇ ਲੀਡਰ ਦੀ ਆਪਾਂ ਕਹਿੰਦੇ ਧੋਖੇ ਧੜੀ ਕਾਰਨ, ਠੀਕ ਹੈ, ਅਤੇ ਉਹਨਾਂ ਦੀ ਘੱਟ ਗਿਣਤੀ ਹੋਣ ਕਾਰਨ ਜਿਹੜੇ ਸਿੱਖ ਸੀ ਇਸ ਬੈਟਲ 'ਚ ਹਾਰ ਗਏ ਸੀ। ਕਿੰਨੀ ਤਰੀਕ ਸੀਗੀ? 18 ਦਸੰਬਰ 1845। ਬੈਟਲ ਆਫ ਫਿਰੋਜ਼ਪੁਰ ਫਿਰੋਜ਼ ਸ਼ਾਹ ਜਾਂ ਫਿਰੋਜ਼ਪੁਰ, December 21, 1845 AD. After the Battle of Mudki on December 20, 1845, the British Army joined the army of Hughes Gough under the leadership of John Littrell from Firozpur. On December 21 AD, 4 o'clock in the evening, the British Army attacked the Sikh army which was camping at Firoza and Shahar. In this battle, Lal Singh and Tej Singh were leading the Sikh army. The Sikh army fought with extraordinary courage and bravery. The cannons of Sikh destroyed 1/3 cannon of the enemy. At night, Lal Singh fled from the battlefield. On the other hand, Tej Singh, who did not want the victory of Sikh army, also fled even on the arrival of fresh and brave battalions. As a result, the British won the battle. ਦੇਖੋ ਇਹ 'ਚ ਵੀ ਕੀ ਸੀਗਾ, ਜਿਹੜੇ ਹਿਊਜ਼ ਗਫ ਅਤੇ ਲਾਰਡ ਜੌਨ ਲਿਟਲਰ, ਠੀਕ ਹੈ, ਇਹਨਾਂ ਦੇ ਅੰਡਰ ਜਿਹੜੀ ਬ੍ਰਿਟਿਸ਼ ਆਰਮੀ ਆਈ ਸੀ ਫਿਰੋਜ਼ ਸ਼ਾਹ ਦੇ, ਜਿਹੜੇ ਆਪਾਂ ਕਹਿ ਦਈਏ ਜਿੱਥੇ ਇਹ ਬੈਟਲ ਹੋਈ ਸੀ 21 ਦਸੰਬਰ ਨੂੰ। ਦੋਵੇਂ ਆਰਮੀਆਂ ਇਕੱਠੀਆਂ ਹੁੰਦੀਆਂ ਨੇ, ਕੈਨਨ ਆਪਾਂ ਕਹਿੰਦੇ ਕੈਨਨ ਕੀ ਹੁੰਦੀਆਂ ਨੇ, ਤੋਪਾਂ, ਠੀਕ ਹੈ, ਅਤੇ ਆਪਾਂ ਕਹਿੰਦੇ 1/3 ਜਿਹੜਾ ਪਾਰਟ ਸੀ ਉਹਨਾਂ ਦਾ ਉਹ ਜਿਹੜੇ ਦੁਸ਼ਮਣ ਸੀ ਉਹਨਾਂ ਨੇ ਤਬਾਹ ਕਰ ਦਿੱਤਾ ਸੀਗਾ। ਪਰ ਉਸ ਤੋਂ ਬਾਅਦ ਜਿਹੜੇ ਲਾਲ ਸਿੰਘ ਤੇਜ ਸਿੰਘ ਸੀ ਉਹ ਫਿਰ ਇੱਕ ਵਾਰ ਜਿਹੜੇ ਮੈਦਾਨ 'ਚੋਂ ਫਲੱਡ ਭੱਜ ਜਾਣਾ, ਠੀਕ ਹੈ, ਭੱਜ ਜਾਂਦੇ ਨੇ, ਜਿਸ ਕਰਕੇ ਜਿਹੜੀ ਸਿੱਖ ਆਰਮੀ ਹੈ ਫਿਰ ਕਮਜ਼ੋਰ ਪਾਈ ਜਾਂਦੀ ਹੈ, ਜਿਸ ਕਾਰਨ ਉਹਨਾਂ ਦੀ ਜਿਹੜੀ ਹਾਰ ਹੁੰਦੀ ਹੈ। ਨੈਕਸਟ ਆਪਣਾ ਬੈਟਲ ਆਫ ਬਦੋਵਾਲ, January 21, 1846 AD. On January 21, 1846 AD, Sardar Ranjot Singh Majithia and Sardar Ajit Singh of Ladwa crossed the river Satluj along their army. They made preparation to attack Ludhiana. When Sir Henry Smith came to know about it, he moved along with his army to defend Ludhiana. Both the sides fought at Badowal. Sardar Ranjot Singh won this battle. The Sikh got hold of ration and other goods of the British.
ਤੇ ਇਹ ਇੱਕੋ ਇੱਕ ਫਸਟ ਜਿਹੜੀ ਬੈਟਲ ਸੀਗੀ, ਜਿਹੜੀ ਆਪਾਂ ਕਹਿੰਦੇ ਫਸਟ ਸਿੱਖ ਐਂਗਲੋ ਵਾਰ 'ਚ ਜਿਹੜੀ ਅੰਗਰੇਜ਼ ਜਿੱਤੇ ਸੀ, ਠੀਕ ਹੈ, ਬੱਦੋਵਾਲ ਦੀ। ਯਾਦ ਰੱਖਣਾ 21 ਜਨਵਰੀ 1846 ਅਤੇ ਇਸ ਟਾਈਮ ਜਿਹੜੇ ਸਿੱਖਾਂ ਦੀ ਅਗਵਾਈ ਕੌਣ ਕਰਦੇ ਸੀ? ਰਣਜੋਤ ਸਿੰਘ ਮਜੀਠੀਆ, ਠੀਕ ਹੈ, ਅਤੇ ਸਰਦਾਰ ਅਜੀਤ ਸਿੰਘ, ਇਹ ਦੋ ਸਿੱਖਾਂ ਦੀ ਅਗਵਾਈ ਕਰਦੇ ਸੀ। ਅਤੇ ਜਿਹੜੇ ਆਪਾਂ ਕਹਿ ਦਈਏ ਬ੍ਰਿਟਿਸ਼ ਦੇ ਪੱਖ ਤੋਂ ਸੀ, ਉਹ ਕੌਣ ਸੀ? ਹੈਨਰੀ ਸਮਿਥ। ਨੈਕਸਟ ਆਪਣੇ ਕੋਲ ਬੈਟਲ ਆਫ ਆਲੀਵਾਲ, ਜਨਵਰੀ 28 1846 AD। ਔਨ ਦੀ ਅਰਾਈਵਲ ਆਫ ਅੰਮ੍ਰਿਤਸਰ army of assistance from Firozpur, Sir Henry Smith suddenly attacked the Sikh army camping at the Aliwal under the leadership of Sardar Rohit Singh. As a result, the Sikh army fled and crossed the Satluj river Satluj. British were declared victorious in this war. ਇੱਕ ਵਾਰ ਫਿਰ ਆਲੀਵਾਲ ਦੇ ਜਿਹੜੇ ਵਿਲੇਜ 'ਤੇ ਇਹਦਾ ਜਿਹੜਾ ਸਮਿਥ ਸੀ, ਹੈਨਰੀ ਸਮਿਥ ਸੀ, ਉਹ ਅਟੈਕ ਕਰ ਦਿੰਦਾ। ਹੋਰ ਆਪਾਂ ਕਹਿੰਦੇ ਜਿਹੜੀ ਉਹਨੂੰ ਬ੍ਰਿਟਿਸ਼ ਆਰਮੀ ਮਿਲ ਜਾਣ ਕਾਰਨ, ਅਤੇ ਜਿਹੜੇ ਇਸ ਟਾਈਮ ਰਣਜੋਤ ਸਿੰਘ ਦੇ ਅੰਡਰ ਜਿਹੜੇ ਸਿੱਖ ਨੇ ਉਹ ਸਤਲੁਜ ਰਿਵਰ ਜਿਹੜੀ ਰਿਵਰ ਸੀਗੀ ਉਹਨੂੰ ਕ੍ਰੋਸ ਕਰਕੇ ਆਪਾਂ ਕਹਿੰਦੇ ਉੱਥੋਂ ਬਚ ਕੇ ਭੱਜ ਜਾਂਦੇ, ਜਿਸ ਨੂੰ ਆਪਾਂ ਕਹਿੰਦੇ ਬ੍ਰਿਟਿਸ਼ ਕਹਿੰਦੇ ਨੇ ਵੀ ਇਹ ਸਾਡੀ ਇੱਕ ਜਿੱਤ ਹੈ। ਲਾਸਟ ਆਪਣੇ ਲਈ ਬੈਟਲ ਆ ਰਾਜੇ, ਬੈਟਲ ਆਫ ਸਪਰਾਊਨ, ਮੇਨ ਇੰਪੋਰਟੈਂਟ ਜਿਹੜੀ ਬੈਟਲ ਆ ਫਸਟ ਐਂਗਲੋ ਸਿੱਖ ਵਾਰ ਦੀ। 10 February 1846 AD. The Sikh army had encamped at the Sambraon under the leadership of Tej Singh and Lal Singh. The Sikh gave the British 13 days to regain their post and did not attack them. ਦੇਖੋ ਦੁਬਾਰੇ ਫਿਰ ਜਿਹੜੇ ਕੀ ਆ ਕੈਂਪ ਲਾ ਕੇ ਬੈਠੇ ਸੀ ਸਿੱਖ ਲੀਡਰਸ਼ਿਪ ਦੇ ਅੰਡਰ ਤੇਜ ਸਿੰਘ ਅਤੇ ਲਾਲ ਸਿੰਘ ਦੇ, ਠੀਕ ਹੈ, ਅਤੇ ਉਹਨਾਂ ਨੇ ਆਪਾਂ ਕਹਿ ਦਈਏ ਜਿਹੜੇ ਅੰਗਰੇਜ਼ ਸੀ ਉਹਨਾਂ ਨੂੰ 13 ਜਿਹੜੇ ਦਿਨ ਸੀ ਦਿੱਤੇ ਸੀਗੇ ਵੀ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਨੇ ਉਹਨਾਂ ਨੂੰ ਰੀਗੇਨ ਕੀਤਾ ਜਾਵੇ ਅਤੇ ਉਹਨਾਂ 'ਤੇ ਅਟੈਕ ਨਹੀਂ ਕੀਤੀਆਂ। ਔਨ February 10 1846 AD when the war started between the British and the Sikh, Tej Singh and Lal Singh fled away from the battlefield. Sam Singh Atariwal fought with the enemy till his last breath. The Sikh was defeated because of his death. ਅਤੇ ਜਿਹੜਾ ਸਾਮ ਸਿੰਘ ਅਟਾਰੀਵਾਲ ਸੀ ਇਸ ਬੈਟਲ ਦੇ ਵਿੱਚ ਉਹ ਪੂਰੇ ਆਪਾਂ ਕਹਿੰਦੇ ਕਾਰਜ ਹੌਸਲੇ ਨਾਲ ਲੜਿਆ, ਠੀਕ ਹੈ, ਅਤੇ ਪਰ ਉਹਦੀ ਡੈਥ ਹੋਣ ਕਾਰਨ ਜਿਹੜੇ ਸਿੱਖ ਸੀ ਇਸ ਬੈਟਲ ਵਿੱਚ ਉਹ ਹਾਰ ਗਏ ਸੀਗੇ, ਠੀਕ ਹੈ। ਜੇ ਹੁਣ ਯਾਦ ਰੱਖਣਾ, ਦੇਖੋ ਫਸਟ ਜਿਹੜੀ ਬੈਟਲ ਸੀ ਕਿਹੜੀ ਸੀ? ਮੁਦਕੀ ਦੀ, ਕਿੰਨੇ 'ਚ? 18 ਦਸੰਬਰ 1845 'ਚ। ਅਤੇ ਦੂਸਰੀ ਕਿਹੜੀ ਸੀਗੀ? 21 ਦਸੰਬਰ 1845। ਅਤੇ ਨੈਕਸਟ ਕਿਹੜੀ ਸੀ? ਜਨਵਰੀ 'ਚ ਆ ਜੀ, ਠੀਕ ਹੈ। ਦੋ ਜਿਹੜੀਆਂ ਬੈਟਲ ਜਨਵਰੀ 'ਚ ਹੋਈਆਂ ਨੇ, ਅਤੇ ਆਪਾਂ ਕਹਿੰਦੇ 2 ਦਸੰਬਰ ਅਤੇ ਇੱਕ ਲਾਸਟ 'ਤੇ ਫਰਵਰੀ 'ਚ। ਡੇਟ ਯਾਦ ਰੱਖਣੀ ਇਹਨਾਂ ਦੀ ਪ੍ਰੋਪਰ, ਕਈ ਵਾਰ ਡੇਟ ਹੀ ਪੁੱਛ ਲੈਂਦੀ ਸ਼ਾਰਟ ਕੁਐਸਚਨ 'ਚ, ਠੀਕ ਹੈ। ਨੈਕਸਟ ਆਪਣੇ ਲਵੇ ਦੇਖੋ ਨਾਲ ਦੀ ਨਾਲ ਇਹਦਾ ਆਪਾਂ ਮੈਪ ਵੀ ਕਰ ਲੈਂਦੇ ਹਾਂ। ਦੇਖੋ ਜੀ ਮੈਪ 'ਚ ਕੀ ਹੈਗਾ, ਹੁਣ ਆਪਾਂ ਜਿਹੜੇ ਬੈਟਲ ਹੋਏ ਨੇ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਇਹ ਚੀਜ਼ ਨੂੰ ਕੀ ਆ ਦੇਖਾਂਗੇ। ਦੇਖੋ ਫਸਟ ਕਿਹੜੀ ਬੈਟਲ ਸੀ? ਮੁਦਕੀ ਦੀ। ਮੁਦਕੀ ਇੱਥੇ ਦੇਖੋ ਫਾਈਂਡ ਆਊਟ ਕਰੋ ਕਿੱਥੇ ਪਈ ਹੈ, ਆ ਦੇਖੋ ਬਿਲਕੁਲ ਜਿੱਥੇ ਆਪਾਂ ਕਹਿ ਦਈਏ ਹੁਣ ਜਿਹੜੀ ਇਹ ਵਾਲੀ ਰਿਵਰ ਹੈ, ਠੀਕ ਹੈ, ਇਹ ਬਿਆਸ ਰਿਵਰ ਹੈ ਅਤੇ ਆਪਣੀ ਸਤਲੁਜ ਰਿਵਰ ਹੈ। ਤਾਂ ਸਤਲੁਜ ਰਿਵਰ ਦੇ ਬਿਲਕੁਲ ਹੇਠਾਂ ਕੀ ਹੈ? ਮੁਦਕੀ, ਠੀਕ ਹੈ। ਇਹਦੇ ਉੱਪਰ ਕੀ ਹੈਗਾ? ਫਿਰੋਜ਼ ਸ਼ਾਹ। ਇਹਦੇ ਦੋਨੇ ਸਾਈਡ 'ਤੇ ਕੀ ਆ? ਆਲੀਵਾਲ, ਅਤੇ ਹੇਠਾਂ ਕੀ ਹੈ? ਬੱਦੋਵਾਲ। ਸਭਰਾਉਂ ਕੀ ਚਲਾ ਗਿਆ? ਦੇਖੋ ਚਾਰੇ ਹੇਠਾਂ ਨੇ, ਸਿਰਫ ਜਿਹੜੀ ਲਾਸਟ ਬੈਟਲ ਸੀ ਉਹ ਉੱਪਰਲੀ ਸਾਈਡ ਚਲੀ ਗਈ, ਕਿਸ ਸਾਈਡ? ਜਿਹੜੇ ਆਪਾਂ ਕਹਿੰਦੇ ਰਾਵੀ ਅਤੇ ਜਿਹੜੀ ਸਤਲੁਜ ਦੇ ਵਿੱਚ ਦੂਸਰੀ ਸਾਈਡ, ਠੀਕ ਹੈ। ਇਹਨੂੰ ਧਿਆਨ ਨਾਲ ਦੇਖਣਾ ਤੁਸੀਂ ਨੇ। ਨੈਕਸਟ ਪੇਜ ਨੰਬਰ ਕਿੰਨਾ ਸੀ ਆਪਣਾ? ਦੇਖੋ ਧਿਆਨ ਨਾਲ 96 'ਤੇ, ਠੀਕ ਹੈ। ਇੱਕ ਵਾਰ ਜ਼ਰੂਰ ਧਿਆਨ ਨਾਲ ਦੇਖਿਓ ਇਹਨੂੰ ਮੈਪ ਨੂੰ। The British army crossed the river Satluj after the victory of Sabaraun. The British did not resist the army advanced toward the Lahore. The British army reached Lahore on February 20 1846। ਅਤੇ ਉਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਆਰਮੀ ਲਾਹੌਰ ਪਹੁੰਚ ਜਾਂਦੀ ਹੈ, ਅਤੇ ਉਸ ਤੋਂ ਬਾਅਦ ਜਿਹੜੀ ਟ੍ਰੀਟੀਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਕਹਿੰਦੇ ਇਹਨਾਂ ਵਿਚਕਾਰ, ਟ੍ਰੀਟੀਜ਼ ਆਫ ਲਾਹੌਰ, ਲਾਹੌਰ ਦੀਆਂ ਦੋ ਸੰਧੀਆਂ ਹੁੰਦੀਆਂ ਨੇ ਇਹਨਾਂ 'ਚ, ਠੀਕ ਹੈ, ਸਮਝੌਤੇ ਜਿਹਨੂੰ ਆਪਾਂ ਕਹਿੰਦੇ ਹਾਂ। ਦੀ ਫਸਟ ਟ੍ਰੀਟੀ ਆਫ ਲਾਹੌਰ March 9 1846 AD। After the first Anglo War, the Governor General Lord Hardinge signed a treaty with the Lahore government. The main terms of treaty are given below. ਤੇ ਲਾਰਡ ਹਾਰਡਿੰਗ ਨੇ ਇੱਕ ਟ੍ਰੀਟੀ, ਇੱਕ ਸਮਝੌਤਾ ਕਰਦਾ ਹੈ ਲਾਹੌਰ ਗੌਰਮੈਂਟ ਨਾਲ। ਲਾਹੌਰ ਜਿੱਥੇ ਆਪਾਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਜਿੱਥੇ ਸਕਸੈਸਰ ਰਹਿੰਦੇ ਸੀ, ਠੀਕ ਹੈ, ਉਹਨਾਂ ਨਾਲ ਕੀ ਸੀ ਉਹ? ਦੇਖੋ ਸਮਝੌਤਾ। ਦੀ ਬ੍ਰਿਟਿਸ਼ ਗਵਰਨਰ ਵੁੱਡ ਮੇਨਟੇਨ ਫਰੈਂਡਸ਼ਿਪ ਵਿਦ ਮਹਾਰਾਜਾ ਦਲੀਪ ਸਿੰਘ ਐਂਡ ਹਿਜ਼ ਸਕਸੈਸਰ। ਅਤੇ ਇਹਨਾਂ ਨੇ ਦੇਖਿਆ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਦੇ ਜਿਹੜੇ ਸਕਸੈਸਰ ਸੀ ਦਲੀਪ ਸਿੰਘ, ਉਹਨਾਂ ਨਾਲ ਉਹ ਫਰੈਂਡਲੀ ਰਿਲੇਸ਼ਨ ਜਿਹੜੇ ਬਣਾਉਣਗੇ, ਅਤੇ ਆਉਣ ਵਾਲੇ ਉਹਨਾਂ ਦੇ ਸਕਸੈਸਰਸ ਦੇ ਨਾਲ ਵੀ ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਹੋਣਗੇ।
The Maharaja of Lahore, on his behalf and on behalf of his successor, agreed to remove his possession from area in south of river Satluj। ਤੇ ਇਸ ਦੇ ਨਾਲ ਜੇ ਸਤਲੁਜ ਰਿਵਰ ਤੋਂ ਹੇਠ ਆਪਾਂ ਕਹਿੰਦੇ ਸਾਊਥ 'ਚ ਦੇਖੋ, ਹੁਣ ਸਤਲੁਜ ਰਿਵਰ ਆਪਾਂ ਤੁਹਾਨੂੰ ਦਿਖਾਈ ਸੀ ਨਾ, ਇਹ ਰਹੀ ਸਤਲੁਜ ਰਿਵਰ, ਠੀਕ ਹੈ। ਤਾਂ ਇਹਦੇ ਜਿਹੜੇ ਸਾਊਥ ਨੇ ਹੇਠਾਂ ਵਾਲੇ, ਮਤਲਬ ਕਿ ਜਿਹੜੇ ਵੀ ਏਰੀਏ ਨੇ ਉਹਨਾਂ ਤੋਂ ਜਿਹੜਾ ਆਪਣਾ ਜਿਹੜਾ ਅਧਿਕਾਰ ਆ ਉਹ ਛੱਡ ਦੇਣਗੇ। ਦੀ ਮਹਾਰਾਜਾ ਹੈਂਡ ਓਵਰ the fort situated between area of river Satluj and Bias to British। ਤੇ ਜਿਹੜਾ ਵੀ ਫੋਰਟ ਕਿਲ੍ਹਾ ਸਤਲੁਜ ਅਤੇ ਰਾਵੀ ਦੇ ਵਿਚਕਾਰ, ਬਿਆਸ ਦੇ ਵਿਚਕਾਰ, ਉਹ ਕੀ ਆ ਬ੍ਰਿਟਿਸ਼ ਨੇ ਜਿਹੜੇ ਉਹਨਾਂ ਨੂੰ ਕੀ ਆ ਹੈਂਡ ਓਵਰ ਕਰ ਦੇਣਗੇ। ਦੀ ਬ੍ਰਿਟਿਸ਼ ਡਿਮਾਂਡਡ ₹1.5 ਕਰੋੜ, 1.5 ਕਰੋੜ ਲਗਭਗ, ਠੀਕ ਹੈ, ਫਰੋਮ ਲਾਹੌਰ ਗੌਰਮੈਂਟ ਇਨ ਫੋਰਮ ਆਫ ਵਾਰ ਇੰਡੈਮਨਿਟੀ। ਮਤਲਬ ਕਿ ਆਪਾਂ ਕਹਿ ਦਈਏ ਇੱਕ ਤਰ੍ਹਾਂ ਦਾ ਜੁਰਮਾਨਾ ਲਾਉਣਾ, ਉਹਨਾਂ ਨੂੰ ਜੁਰਮਾਨਾ ਲਾਇਆ ਸੀ ਵੀ ਜਿਹੜਾ ਇਹਨਾਂ ਖਰਚ ਹੋਇਆ ਸਾਡਾ ਉਸ ਦਾ ਤੁਸੀਂ ਨਹੀਂ ਜਿਹੜਾ ਭੁਗਤਾਨ ਕਰੋਗੇ। ਦੀ ਮਹਾਰਾਜਾ ਪ੍ਰੋਮਿਸਿਸ ਟੂ ਡਿਸੋਲਵ ਦੀ ਰੈਵਲੀਸ਼ੀਅਸ ਬ੍ਰਿਗੇਡਸ ਆਫ ਲਾਹੌਰ ਆਰਮੀ ਐਂਡ ਸਨੈਚ ਦੇਅਰ ਵੈਪਨਸ। It was also decided that Lahore Kingdom Army would comprise 20,000 infantry and 12,000 cavalry soldiers। ਉਹ ਹੁਣ ਮਤਲਬ ਕਿ ਆਪਾਂ ਕਹਿ ਦਈਏ ਉਹਨਾਂ ਨੇ ਇਹ ਵੀ ਕੰਪਰੋਮਾਈਜ਼ ਕੀਤਾ ਸੀ ਵੀ ਜਿਹੜੀ ਇੱਥੇ 20,000 ਲਗਭਗ ਇਨਫੈਂਟਰੀ, ਠੀਕ ਹੈ, ਅਤੇ 12,000 ਜਿਹੜੇ ਕੈਵਲਰੀ ਜਿਹੜੇ ਸੋਲਜਰ ਨੇ ਉਹ ਰੱਖੇ ਜਾਣਗੇ। ਮਤਲਬ ਇੱਕ ਤਰ੍ਹਾਂ ਆਰਮੀ ਰੱਖਣ ਦਾ ਵੀ ਇੱਥੇ ਡਿਸਾਈਡ ਹੋ ਗਿਆ ਵੀ ਲਾਹੌਰ 'ਚ ਇੱਕ ਆਰਮੀ ਵੀ ਰਹੂਗੀ ਕਿਹਨਾਂ ਦੀ, ਬ੍ਰਿਟਿਸ਼ ਦੀ। ਨੈਕਸਟ ਸੀਗਾ ਦੀ ਬ੍ਰਿਟਿਸ਼ ਗੌਰਮੈਂਟ ਅਸੈਪਟ ਦਲੀਪ ਸਿੰਘ ਐਜ਼ ਦੀ ਮਹਾਰਾਜਾ ਆਫ ਲਾਹੌਰ, ਰਾਣੀ ਜਿੰਦਾ ਐਜ਼ ਗਾਰਡੀਅਨ ਐਂਡ ਲਾਲ ਸਿੰਘ ਐਜ਼ ਪ੍ਰਾਈਮ ਮਿਨਿਸਟਰ। ਅਤੇ ਇਸ ਤੋਂ ਬਾਅਦ ਮਹਾਰਾਜਾ ਲਾਹੌਰ ਦੇ ਜਿਹੜੇ ਮਹਾਰਾਜਾ ਸੀ ਉਹ ਕਿਹਨੂੰ ਮੰਨ ਲਿਆ, ਦਲੀਪ ਸਿੰਘ ਨੂੰ, ਅਤੇ ਉਹਨਾਂ ਦੀ ਜਿਹੜੀ ਸਰਪ੍ਰਸਤੀ ਗਾਰਡੀਅਨ ਸੀ ਉਹ ਸੀ ਰਾਣੀ ਜਿੰਦਾ, ਅਤੇ PM ਉੱਥੋਂ ਦਾ ਲਾਲ ਸਿੰਘ। ਦੀ ਬਾਉਂਡਰੀ ਆਫ ਲਾਹੌਰ ਕੈਂਟੋਨਮੈਂਟ ਵੁੱਡ ਨਾਟ ਚੇਂਜ ਵਿਦਾਊਟ ਦੀ ਪਰਮਿਸ਼ਨ ਆਫ ਬ੍ਰਿਟਿਸ਼ ਗੌਰਮੈਂਟ। ਦੀ ਬ੍ਰਿਟਿਸ਼ ਗੌਰਮੈਂਟ ਵੁੱਡ ਨਾਟ ਇੰਟਰਫੇਅਰ ਇਨ ਦੀ ਇੰਟਰਨਲ ਅਫੇਅਰ ਆਫ ਲਾਹੌਰ ਕਿੰਗਡਮ। ਇਫ ਦੀ ਬ੍ਰਿਟਿਸ਼ ਗੌਰਮੈਂਟ ਗਿਵ ਸਮ ਹਿਲੀ ਰੀਜਨ ਟੂ ਗੁਲਾਬ ਸਿੰਘ, ਦੀ ਮਹਾਰਾਜਾ ਵੁੱਡ ਐਕਸੈਪਟ ਗੁਲਾਬ ਸਿੰਘ ਇਜ਼ ਹੋਲਡ ਓਵਰ ਇਟ, ਠੀਕ ਹੈ। ਮਤਲਬ ਉਹ ਕਹਿੰਦੇ ਵੀ ਜੇ ਗੁਲਾਬ ਸਿੰਘ ਨੂੰ ਥੋੜ੍ਹੇ ਬਹੁਤ ਜਿਹੜੇ ਏਰੀਏ ਦੇਊਗੀ ਤਾਂ ਉਹ 'ਤੇ ਜਾਂ ਮਹਾਰਾਜਾ ਨੂੰ ਇਹ ਚੀਜ਼ 'ਤੇ ਐਗਰੀ ਹੋਣਾ ਪਊਗਾ। ਸਪਲੀਮੈਂਟਰੀ ਆਰਟੀਕਲਸ ਆਫ ਰੈਗੂਮੈਂਟ ਮਾਰਚ 11 1846 AD। ਦੇਖੋ ਪਹਿਲਾਂ 9 ਮਾਰਚ ਨੂੰ ਹੋਇਆ, ਫਿਰ 11। ਇਹ ਸੈਕਿੰਡ ਟ੍ਰੀਟੀ ਆਫ ਲਾਹੌਰ ਵਾਜ਼ ਸਾਈਨ ਔਨ ਮਾਰਚ 11 1846 AD ਔਨ ਦੀ ਰਿਕੁਐਸਟ ਆਫ ਲਾਲ ਸਿੰਘ। ਦੀ ਮੇਨ ਪ੍ਰੋਵੀਜ਼ਨ ਆਫ ਟ੍ਰੀਟੀ ਆਰ ਗਿਵਨ ਬਿਲੋ। The British government would keep a large army in Lahore till the end of 1846 AD for the protection of Maharaja Dalip Singh and residents। ਉਹ ਕਹਿੰਦਾ ਵੀ ਤੋ ਉਹ ਜਿਹੜਾ 1846 46 ਸੀਗਾ ਉਹਦੇ ਐਂਡ ਤੱਕ ਜਿਹੜੀ ਬ੍ਰਿਟਿਸ਼ ਆਰਮੀ ਇੱਥੇ ਰਹੂਗੀ ਤਾਂ ਕਿ ਪ੍ਰੋਟੈਕਟ ਕੀਤਾ ਜਾਵੇ ਮਹਾਰਾਜਾ ਸਿੰਘ ਅਤੇ ਉਹਦੇ ਰੈਜੀਡੈਂਟ ਨੂੰ। ਦੀ ਫੋਰਟ ਆਫ ਸਿਟੀ ਆਫ ਲਾਹੌਰ ਵੁੱਡ ਰਿਮੇਨ ਇਨ ਪੋਜੈਸ਼ਨ ਆਫ ਬ੍ਰਿਟਿਸ਼ ਆਰਮੀ। ਅਤੇ ਜਿਹੜਾ ਲਾਹੌਰ ਦਾ ਕਿਲ੍ਹਾ ਉਹ ਬ੍ਰਿਟਿਸ਼ ਆਰਮੀ ਦੇ ਅੰਡਰ ਹੈਗਾ। The Lahore government would honor the Jagirs or official the regions given to the British according to the term and condition of the Treaty of Lahore signed on March 9 1846। ਤੇ ਇਸ ਦੇ ਅਕੋਰਡਿੰਗ 9 ਮਾਰਚ 1846 ਨੂੰ ਜਿਹੜੀ ਟ੍ਰੀਟੀ ਸ਼ੋ ਦੇ ਅਕੋਰਡਿੰਗ ਹੀ ਜਿਹੜੇ ਆਪਾਂ ਕਹਿੰਦੇ ਰੀਜਨ ਡਿਸਟਰੀਬਿਊਟ ਕੀਤੇ ਜਾਣਗੇ। ਦੀ ਲਾਹੌਰ ਗੌਰਮੈਂਟ would have the right to take the property and treasure with the acceptation of cannons from the fort of the regions given to the British। ਅਤੇ ਆਪਾਂ ਕਹਿੰਦੇ ਜਿਹੜੇ ਵੀ ਇਸ ਟ੍ਰੀਟੀ ਦੇ ਅਕੋਰਡਿੰਗ ਲਾਹੌਰ ਗੌਰਮੈਂਟ ਬ੍ਰਿਟਿਸ਼ ਨੂੰ ਲਾਹੌਰ ਗੌਰਮੈਂਟ ਦੇ ਜਿਹੜੇ ਵੀ ਇਲਾਕੇ ਰੀਜਨ ਉਹਨਾਂ ਦੇ ਅੰਡਰ ਆ ਗਏ, ਉਹਨਾਂ ਵਿੱਚੋਂ ਜਿਹੜਾ ਖਜ਼ਾਨਾ ਪਿਆ ਉੱਥੋਂ ਜਿਹੜੀਆਂ ਤੋਪਾਂ ਪਈਆਂ ਨੇ, ਕੈਨਨਸ ਪਈਆਂ ਨੇ, ਉਹ ਲਿਆਉਣ ਦੀ ਕੀ ਹੈਗੀ ਆਪਾਂ ਕਹਿੰਦੇ ਪਰਮਿਸ਼ਨ ਹੋਵੇਗੀ, ਠੀਕ ਹੈ। ਇਹ ਸੀ ਆਪਣੀ ਜਿਹੜੀ ਲਾਹੌਰ ਟ੍ਰੀਟੀ, ਠੀਕ ਹੈ ਰਾਜੇ, ਯਾਦ ਰੱਖਿਓ ਇਹਨਾਂ ਨੂੰ, ਬਹੁਤ ਹੀ ਇੰਪੋਰਟੈਂਟ ਟੋਪਿਕ ਆ, ਬਹੁਤ ਸਾਰੇ ਤੋਂ ਕੁਐਸਚਨ ਜਿਹੜੇ ਬਣਦੇ ਨੇ, ਠੀਕ ਹੈ। ਧਿਆਨ ਨਾਲ ਇਹਨੂੰ ਸੁਣਿਓ, ਅਗਰ ਕੋਈ ਪ੍ਰੋਬਲਮ ਹੈ ਜਿਹੜਾ ਆਪਣਾ ਨੈਕਸਟ ਆਨਲਾਈਨ ਲੈਕਚਰ ਹੋਊਗਾ ਉਹ 'ਚ ਤੁਸੀਂ ਆਪਾਂ ਉਹ ਚੀਜ਼ ਸੋਲਵ ਕਰਾਂਗੇ, ਠੀਕ ਹੈ।